ਸਮਾਰਟ ਵਰਕ ਟ੍ਰੇਨਿੰਗ ਸੈਂਟਰ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਸਿਹਤ ਅਤੇ ਸੁਰੱਖਿਆ ਮਾਹਿਰਾਂ ਨੂੰ ਉਹਨਾਂ ਦੀ ਟੀਮ ਦੇ ਹੁਨਰ ਨੂੰ ਵਧਾਉਣ, ਸੱਟਾਂ ਨੂੰ ਰੋਕਣ ਅਤੇ ਕਾਨੂੰਨੀ ਲੋੜਾਂ ਦੀ ਪਾਲਣਾ ਕਰਨ ਵਿੱਚ ਮਦਦ ਕਰਨ ਲਈ ਮੁਫਤ ਆਨਲਾਈਨ ਟ੍ਰੇਨਿੰਗ ਪ੍ਰਦਾਨ ਕਰਦੇ ਹਾਂ। ਟ੍ਰੇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਨੋਟਿਸ ਬਣਾਉਣ ਜਾਂ ਆਪਣੇ ਸਵਾਲ ਲਿਖਣ ਲਈ ਪੈਨ ਅਤੇ ਕਾਗਜ਼ ਆਪਣੇ ਕੋਲ ਰੱਖੋ। ਤੁਸੀਂ ਇਸ ਸੈਸ਼ਨ ਦੇ ਅੰਤ ਵਿੱਚ ਆਪਣੇ ਸ਼ੰਕਿਆਂ ਨੂੰ ਸਪਸ਼ਟ ਕਰ ਸਕਦੇ ਹੋ। ਆਓ ਅੱਜ ਦੀ ਟ੍ਰੇਨਿੰਗ ਸ਼ੁਰੂ ਕਰੀਏ। ਗਰਮੀ ਵਿੱਚ ਸੁਰੱਖਿਆ, ਗਰਮ ਮਾਹੌਲ ਵਿੱਚ ਸੁਰੱਖਿਅਤ ਢੰਗ ਨਾਲ ਕੰਮ ਕਰਨਾ। ਯੂਏਈ ਦੇ ਮਾਹੌਲ ਵਿੱਚ ਆਪਣੀ ਅਤੇ ਆਪਣੀ ਟੀਮ ਦੀ ਸੁਰੱਖਿਆ ਕਰਨਾ ਬਹੁਤ ਜ਼ਰੂਰੀ ਹੈ। ਗਰਮੀ ਵਿੱਚ ਸੁਰੱਖਿਆ ਇੰਨੀ ਜ਼ਰੂਰੀ ਕਿਉਂ ਹੈ? ਅਸੀਂ ਸਾਰੇ ਜਾਣਦੇ ਹਾਂ ਕਿ ਯੂਏਈ ਦਾ ਮਾਹੌਲ ਲੰਬੇ ਸਮੇਂ ਤੱਕ ਉੱਚ ਤਾਪਮਾਨ ਅਤੇ ਨਮੀ ਵਾਲਾ ਹੁੰਦਾ ਹੈ। ਇਹ ਸਥਿਤੀ ਗਰਮੀ ਨਾਲ ਸੰਬੰਧਿਤ ਗੰਭੀਰ ਸਿਹਤ ਖਤਰਿਆਂ ਦਾ ਕਾਰਨ ਬਣ ਸਕਦੀ ਹੈ, ਜੋ ਮਾਮੂਲੀ ਬੇਆਰਾਮੀ ਤੋਂ ਲੈ ਕੇ ਜਾਨਲੇਵਾ ਸਥਿਤੀਆਂ ਤੱਕ ਹੋ ਸਕਦੀਆਂ ਹਨ। ਸਿਹਤ ਸਮੱਸਿਆਵਾਂ ਤੋਂ ਇਲਾਵਾ ਬਹੁਤ ਜ਼ਿਆਦਾ ਗਰਮੀ ਵਿੱਚ ਕੰਮ ਕਰਨ ਨਾਲ ਫੋਕਸ ਘੱਟ ਹੁੰਦਾ ਹੈ, ਥਕਾਵਟ ਵੱਧਦੀ ਹੈ ਅਤੇ ਹਾਦਸਿਆਂ ਦਾ ਜੋਖਮ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਗਰਮੀ ਵਿੱਚ ਸੁਰੱਖਿਆ ਸਿਰਫ ਇੱਕ ਚੰਗਾ ਅਭਿਆਸ ਨਹੀਂ ਹੈ, ਇਹ ਇੱਕ ਕਾਨੂੰਨੀ ਲੋੜ ਵੀ ਹੈ, ਜਿਸ ਵਿੱਚ ਦੁਪਹਿਰ ਦੇ ਬ੍ਰੇਕ ਵਰਗੇ ਨਿਯਮ ਸ਼ਾਮਲ ਹਨ। ਅੰਤ ਵਿੱਚ ਇਹ ਟ੍ਰੇਨਿੰਗ ਤੁਹਾਡੀ ਅਤੇ ਤੁਹਾਡੀ ਪੂਰੀ ਟੀਮ ਦੀ ਭਲਾਈ ਲਈ ਹੈ। ਆਓ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਨੂੰ ਸਮਝੀਏ। ਹੀਟ ਸਟ੍ਰੈਸ ਉਦੋਂ ਹੁੰਦਾ ਹੈ ਜਦੋਂ ਸਰੀਰ ਬਾਹਰੀ ਗਰਮੀ ਨਾਲ ਨਜਿੱਠਣ ਵਿੱਚ ਅਸਮਰਥ ਹੁੰਦਾ ਹੈ, ਜਿਸ ਨਾਲ ਸਰੀਰ ਦਾ ਮੁੱਖ ਤਾਪਮਾਨ ਵੱਧ ਜਾਂਦਾ ਹੈ। ਪਹਿਲੇ ਲੱਛਣ ਹੀਟ ਕ੍ਰੈਪਸ ਹੋ ਸਕਦੇ ਹਨ, ਆਮ ਤੌਰ ਤੇ ਲੱਤਾਂ ਜਾਂ ਪੇਟ ਵਿੱਚ ਦਰਦਨਾਕ ਮਾਸਪੇਸ਼ੀ ਖਿੱਚ, ਜੋ ਪਸੀਨੇ ਰਾਹੀਂ ਲੂਣ ਅਤੇ ਪਾਣੀ ਦੇ ਨੁਕਸਾਨ ਕਾਰਨ ਹੁੰਦੀ ਹੈ। ਜੇ ਹੀਟ ਸਟ੍ਰੈਸ ਵੱਧਦਾ ਹੈ ਤਾਂ ਤੁਹਾਨੂੰ ਹੀਟ ਐਗਜ਼ੌਸਸ਼ਨ ਹੋ ਸਕਦਾ ਹੈ। ਇਸ ਦੇ ਲੱਛਣਾਂ ਵਿੱਚ ਸ਼ਾਮਲ ਹਨ ਬਹੁਤ ਜ਼ਿਆਦਾ ਪਸੀਨਾ, ਮਤਲੀ, ਚੱਕਰ ਆਉਣੇ, ਕਮਜ਼ੋਰੀ, ਸਿਰ ਦਰਦ, ਤੇਜ਼ ਦਿਲ ਦੀ ਧੜਕਣ, ਠੰਡੀ ਨਮੀ ਵਾਲੀ ਚਮੜੀ। ਤੁਹਾਡੇ ਸਰੀਰ ਦਾ ਤਾਪਮਾਨ ਆਮ ਦੇ ਨੇੜੇ ਰਹੇਗਾ। ਸਭ ਤੋਂ ਗੰਭੀਰ ਅਤੇ ਜਾਨਲੇਵਾ ਸਥਿਤੀ ਹੀਟ ਸਟ੍ਰੋਕ ਹੈ। ਇਹ ਇੱਕ ਮੈਡੀਕਲ ਐਮਰਜੈਂਸੀ ਹੈ ਜਿੱਥੇ ਸਰੀਰ ਦੀ ਆਪਣੇ ਆਪ ਨੂੰ ਠੰਡਾ ਕਰਨ ਦੀ ਸਮਰੱਥਾ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ। ਲੱਛਣਾਂ ਵਿੱਚ ਸ਼ਾਮਲ ਹਨ ਉਲਝਣ, ਤਰਕਹੀਣ ਵਿਹਾਰ, ਦੌਰੇ, ਗਰਮ ਸੁੱਕੀ ਚਮੜੀ, ਪਸੀਨਾ ਨਹੀਂ ਆਉਣਾ, ਬਹੁਤ ਜ਼ਿਆਦਾ ਸਰੀਰ ਦਾ ਤਾਪਮਾਨ, ਸੀ ਤੋਂ ਵੱਧ ਅਤੇ ਹੋਸ਼ ਦਾ ਨੁਕਸਾਨ। ਜੇਕਰ ਹੀਟ ਸਟ੍ਰੋਕ ਦਾ ਤੁਰੰਤ ਇਲਾਜ ਨਾ ਕੀਤਾ ਜਾਵੇ ਤਾਂ ਇਹ ਘਾਤਕ ਹੋ ਸਕਦਾ ਹੈ। ਜਦੋਂ ਕਿ ਬਹੁਤ ਜ਼ਿਆਦਾ ਗਰਮੀ ਵਿੱਚ ਹਰ ਕੋਈ ਜੋਖਮ ਵਿੱਚ ਹੁੰਦਾ ਹੈ, ਕੁਝ ਵਿਅਕਤੀ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਲਈ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ ਅਤੇ ਉਹਨਾਂ ਨੂੰ ਵਧੇਰੇ ਚੌਕਸੀ ਦੀ ਲੋੜ ਹੁੰਦੀ ਹੈ। ਇਸ ਵਿੱਚ ਨਵੇਂ ਜਾਂ ਗਰਮ ਮਾਹੌਲ ਦੇ ਅਨੁਕੂਲ ਨਾ ਹੋਏ ਕਾਮੇ ਸ਼ਾਮਲ ਹਨ, ਜਾਂ ਲੰਬੇ ਬ੍ਰੇਕ ਤੋਂ ਬਾਅਦ ਵਾਪਸ ਆਉਣ ਵਾਲੇ, ਉਹਨਾਂ ਨੂੰ ਹੌਲੀ-ਹੌਲੀ ਅਨੁਕੂਲਤਾ ਦੀ ਲੋੜ ਹੁੰਦੀ ਹੈ। ਪਹਿਲਾਂ ਤੋਂ ਮੌਜੂਦ ਡਾਕਟਰੀ ਸਥਿਤੀਆਂ ਵਾਲੇ ਵਿਅਕਤੀ ਵੀ ਵਧੇਰੇ ਜੋਖਮ ਵਿੱਚ ਹੁੰਦੇ ਹਨ। ਇਸ ਵਿੱਚ ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕਿਡਨੀ ਦੀ ਬਿਮਾਰੀ, ਦਮੇ ਵਰਗੀਆਂ ਸਾਹ ਸੰਬੰਧੀ ਸਥਿਤੀਆਂ, ਥਾਇਰਾਇਡ ਦੀਆਂ ਸਮੱਸਿਆਵਾਂ ਅਤੇ ਮੋਟਾਪਾ ਸ਼ਾਮਲ ਹਨ। ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸਥਿਤੀ ਹੈ ਤਾਂ ਗਰਮੀ ਵਿੱਚ ਕੰਮ ਕਰਦੇ ਸਮੇਂ ਬਹੁਤ ਸਾਵਧਾਨੀ ਵਰਤਣੀ ਜ਼ਰੂਰੀ ਹੈ ਅਤੇ ਆਪਣੇ ਡਾਕਟਰ ਨਾਲ ਸਲਾਹ ਕਰਨਾ ਵਧੀਆ ਹੈ। ਕੁਝ ਦਵਾਈਆਂ ਲੈਣ ਵਾਲੇ ਵਿਅਕਤੀ ਵੀ ਵਧੇਰੇ ਕਮਜ਼ੋਰ ਹੋ ਸਕਦੇ ਹਨ। ਇਸ ਵਿੱਚ ਡਾਇਊਰੇਟਿਕਸ, ਪਾਣੀ ਦੀਆਂ ਗੋਲੀਆਂ, ਐਂਟੀਹਿਸਟਾਮਾਈਨਸ, ਕੁਝ ਐਂਟੀ ਡਿਪਰੈਸੈਂਟਸ, ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਅਤੇ ਪਸੀਨੇ ਦੀਆਂ ਗ੍ਰੰਥੀਆਂ ਦੇ ਕੰਮ ਨੂੰ ਪ੍ਰਭਾਵਿਤ ਕਰਨ ਵਾਲੀਆਂ ਦਵਾਈਆਂ ਸ਼ਾਮਲ ਹਨ। ਹਮੇਸ਼ਾ ਆਪਣੇ ਡਾਕਟਰ ਜਾਂ ਫਾਰਮਾਸਿਸਟ ਨਾਲ ਜਾਂਚ ਕਰੋ ਕਿ ਕੀ ਤੁਹਾਡੀਆਂ ਦਵਾਈਆਂ ਗਰਮੀ ਸਹਿਣ ਦੀ ਤੁਹਾਡੀ ਯੋਗਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਵੱਡੀ ਉਮਰ ਦੇ ਕਾਮਿਆਂ ਲਈ ਸਰੀਰ ਦਾ ਤਾਪਮਾਨ ਨਿਯੰਤਰਿਤ ਕਰਨਾ ਵਧੇਰੇ ਮੁਸ਼ਕਲ ਹੋ ਸਕਦਾ ਹੈ। ਜਿਸ ਵਿਅਕਤੀ ਨੂੰ ਹਾਲ ਹੀ ਵਿੱਚ ਬੁਖਾਰ, ਫਲੂ
ਜਾਂ ਡੀਹਾਈਡਰੇਸ਼ਨ ਕਾਰਨ ਬਿਮਾਰੀ ਹੋਈ ਹੈ, ਉਸ ਵਿੱਚ ਗਰਮੀ ਦਾ ਸਾਹਮਣਾ ਕਰਨ ਦੀ ਸਮਰੱਥਾ ਘੱਟ ਹੋ ਸਕਦੀ ਹੈ। ਆਮ ਤੌਰ ਤੇ ਨੀਂਦ ਦੀ ਘਾਟ ਜਾਂ ਖਰਾਬ ਖੁਰਾਕ ਸਰੀਰ ਦੀ ਗਰਮੀ ਦੇ ਤਣਾਅ ਦਾ ਮੁਕਾਬਲਾ ਕਰਨ ਦੀ ਲਚਕਤਾ ਨੂੰ ਕਮਜ਼ੋਰ ਕਰ ਸਕਦੀ ਹੈ। ਗਰਮੀ ਨਾਲ ਸੰਬੰਧਿਤ ਬਿਮਾਰੀਆਂ ਵਿੱਚ ਕਈ ਕਾਰਨ ਯੋਗਦਾਨ ਪਾਉਂਦੇ ਹਨ। ਵਾਤਾਵਰਣਕ ਕਾਰਨ ਵਿੱਚ ਉੱਚ ਐਂਬੀਐਂਟ ਤਾਪਮਾਨ ਅਤੇ ਸਿੱਧੀ ਧੂਪ ਸਪਸ਼ਟ ਕਾਰਨ ਹਨ। ਉੱਚ ਨਮੀ ਵੀ ਇੱਕ ਮੁੱਖ ਕਾਰਨ ਹੈ, ਕਿਉਂਕਿ ਇਹ ਪਸੀਨੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁੱਕਣ ਤੋਂ ਰੋਕਦੀ ਹੈ, ਜਿਸ ਨਾਲ ਤੁਹਾਡੇ ਸਰੀਰ ਲਈ ਠੰਡਾ ਹੋਣਾ ਮੁਸ਼ਕਲ ਹੋ ਜਾਂਦਾ ਹੈ। ਗਰਮ ਮਸ਼ੀਨਰੀ ਜਾਂ ਅਸਫਾਲਟ ਵਰਗੀਆਂ ਸਤਹਾਂ ਤੋਂ ਰੇਡੀਏਂਟ ਗਰਮੀ ਅਤੇ ਹਵਾ ਦੀ ਘਾਟ ਵੀ ਜੋਖਮ ਨੂੰ ਵਧਾਉਂਦੀ ਹੈ। ਫਿਰ ਵਿਅਕਤੀਗਤ ਕਾਰਕ ਹਨ। ਸਭ ਤੋਂ ਆਮ ਡੀਹਾਈਡਰੇਸ਼ਨ ਹੈ। ਗਰਮੀ ਲਈ ਅਨੁਕੂਲਤਾ ਦੀ ਘਾਟ, ਸਰੀਰਕ ਮਿਹਨਤ, ਭਾਰੀ ਜਾਂ ਅਣਉਚਿਤ ਕੱਪੜੇ ਪਹਿਨਣਾ, ਪਹਿਲਾਂ ਤੋਂ ਮੌਜੂਦ ਡਾਕਟਰੀ ਸਥਿਤੀਆਂ ਜਾਂ ਦਵਾਈਆਂ। ਹੈਰਾਨੀ ਦੀ ਗੱਲ ਹੈ, ਅਲਕੋਹਲ ਜਾਂ ਬਹੁਤ ਜ਼ਿਆਦਾ ਕੈਫੀਨ ਦਾ ਸੇਵਨ, ਇੱਥੋਂ ਤੱਕ ਕਿ ਨੀਂਦ ਦੀ ਘਾਟ ਵੀ ਤੁਹਾਨੂੰ ਵਧੇਰੇ ਕਮਜ਼ੋਰ ਬਣਾ ਸਕਦੀ ਹੈ। ਰੋਕਥਾਮ ਤੁਹਾਡੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਹਾਈਡਰੇਸ਼ਨ ਬਹੁਤ ਜ਼ਰੂਰੀ ਹੈ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਸਾਰਾ ਪਾਣੀ ਪੀਓ। ਲੋੜੀਂਦੀ ਨੀਂਦ ਅਤੇ ਇੱਕ ਸਿਹਤਮੰਦ ਭੋਜਨ ਨੂੰ ਯਕੀਨੀ ਬਣਾਓ। ਭਾਰੀ ਚਰਬੀ ਵਾਲੇ ਭੋਜਨ ਤੋਂ ਬਚੋ। ਆਪਣੇ ਕੱਪੜੇ ਸਮਝਦਾਰੀ ਨਾਲ ਚੁਣੋ। ਹਲਕੇ ਰੰਗ ਦੇ, ਢਿੱਲੇ ਫਿੱਟ, ਸਾਹ ਲੈਣ ਯੋਗ ਕੱਪੜੇ ਸਭ ਤੋਂ ਵਧੀਆ ਹਨ। ਨਵੇਂ ਕਾਮਿਆਂ ਲਈ ਜਾਂ ਛੁੱਟੀ ਤੋਂ ਬਾਅਦ ਵਾਪਸ ਆਉਣ ਵਾਲਿਆਂ ਲਈ ਗਰਮੀ ਲਈ ਅਨੁਕੂਲਤਾ ਬਹੁਤ ਜ਼ਰੂਰੀ ਹੈ। ਹੌਲੀ-ਹੌਲੀ ਗਰਮੀ ਦੇ ਸੰਪਰਕ ਨੂੰ ਵਧਾਓ। ਅੰਤ ਵਿੱਚ ਹਮੇਸ਼ਾ ਮੌਸਮ ਦੀ ਭਵਿੱਖਬਾਣੀ ਦੀ ਨਿਗਰਾਨੀ ਕਰੋ ਤਾਂ ਜੋ ਤੁਸੀਂ ਅਨੁਮਾਨਿਤ ਤਾਪਮਾਨਾਂ ਅਤੇ ਨਮੀ ਬਾਰੇ ਜਾਣੂ ਹੋਵੋ। ਤੁਹਾਡੇ ਕੰਮ ਦੇ ਦਿਨ ਦੌਰਾਨ ਤੁਹਾਡੀਆਂ ਵਿਅਕਤੀਗਤ ਕਾਰਵਾਈਆਂ ਬਹੁਤ ਫਰਕ ਪਾ ਸਕਦੀਆਂ ਹਨ। ਲਗਾਤਾਰ ਹਾਈਡਰੇਸ਼ਨ ਬਹੁਤ ਜ਼ਰੂਰੀ ਹੈ। ਹਰ 15 ਤੋਂ 20 ਮਿੰਟਾਂ ਵਿੱਚ ਥੋੜੀ ਮਾਤਰਾ ਵਿੱਚ ਪਾਣੀ ਜਾਂ ਇਲੈਕਟ੍ਰੋਲਾਈਟ ਡਰਿੰਕਸ ਪੀਓ, ਭਾਵੇਂ ਤੁਹਾਨੂੰ ਪਿਆਸ ਨਾ ਵੀ ਲੱਗੀ ਹੋਵੇ। ਆਪਣੀਆਂ ਸਾਰੀਆਂ ਨਿਰਧਾਰਤ ਬ੍ਰੇਕਾਂ ਲਓ ਅਤੇ ਯਕੀਨੀ ਬਣਾਓ ਕਿ ਤੁਸੀਂ ਛਾਂਦਾਰ ਜਾਂ ਏਅਰ ਕੰਡੀਸ਼ਨਡ ਆਰਾਮ ਵਾਲੇ ਜਗ੍ਹਾਵਾਂ ਦੀ ਵਰਤੋਂ ਕਰਦੇ ਹੋ। ਜੇ ਲੋੜ ਹੋਵੇ ਤਾਂ ਆਪਣੀ ਕੰਮ ਦੀ ਗਤੀ ਨੂੰ ਬਦਲੋ। ਜੇ ਤੁਸੀਂ ਗਰਮੀ ਮਹਿਸੂਸ ਕਰ ਰਹੇ ਹੋ ਤਾਂ ਹੌਲੀ ਹੋ ਜਾਓ। ਜਦੋਂ ਵੀ ਸੰਭਵ ਹੋਵੇ ਛਾਂ ਵਾਲੇ ਜਗ੍ਹਾਵਾਂ ਵਿੱਚ ਕੰਮ ਕਰੋ ਅਤੇ ਸਿੱਧੀ ਧੂਪ ਤੋਂ ਦੂਰ ਰਹੋ। ਅਤੇ ਬੇਸ਼ੱਕ ਢੁਕਵਾਂ ਪੀਪੀ ਪਹਿਨੋ। ਇਸ ਵਿੱਚ ਸੇਫਟੀ ਹੈਲਮਟ, ਯੂਵੀ ਸੁਰੱਖਿਆ ਵਾਲੀਆਂ ਸਨਗਲਾਸਾਂ ਅਤੇ ਹਲਕੇ ਭਾਰ ਵਾਲੇ ਸਾਹ ਲੈਣ ਯੋਗ ਕੱਪੜੇ ਸ਼ਾਮਲ ਹਨ। ਜੇਕਰ ਕੂਲਿੰਗ ਵੈਸਟ ਜਾਂ ਬੰਧਨਾਂ ਪ੍ਰਦਾਨ ਕੀਤੇ ਗਏ ਹਨ ਤਾਂ ਉਹਨਾਂ ਦੀ ਵਰਤੋਂ ਕਰੋ। ਅੰਤ ਵਿੱਚ ਕੈਫੀਨ ਵਾਲੇ ਅਤੇ ਸ਼ੂਗਰ ਵਾਲੇ ਪੀਣ ਵਾਲੇ ਪਦਾਰਥਾਂ ਅਤੇ ਖਾਸ ਕਰਕੇ ਸ਼ਰਾਬ ਤੋਂ ਬਚੋ, ਕਿਉਂਕਿ ਇਹ ਡੀਹਾਈਡਰੇਸ਼ਨ ਦਾ ਕਾਰਨ ਬਣ ਸਕਦੇ ਹਨ। ਸੁਪਰਵਾਈਜ਼ਰ ਅਤੇ ਕੰਪਨੀ ਦੇ ਮਾਲਕ ਗਰਮੀ ਵਿੱਚ ਸੁਰੱਖਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਮਨੁੱਖੀ ਸੰਸਾਧਨ ਅਤੇ ਅਮੀਰਾਤੀਕਰਨ ਮੰਤਰਾਲੇ ਦੇ ਨਿਯਮਾਂ ਅਨੁਸਾਰ ਦੁਪਹਿਰ 12:30 ਵਜੇ ਤੋਂ 3:00 ਵਜੇ ਤੱਕ ਸਿੱਧੀ ਧੂਪ ਵਿੱਚ ਅਤੇ ਖੁੱਲ੍ਹੇ ਸਥਾਨਾਂ ਤੇ ਕੰਮ ਕਰਨ ਤੇ ਲਾਜ਼ਮੀ ਬ੍ਰੇਕ ਨੂੰ ਸਖਤੀ ਨਾਲ ਲਾਗੂ ਕਰੋ, ਜੋ ਆਮ ਤੌਰ ਤੇ ਹਰ ਸਾਲ 15 ਜੂਨ ਤੋਂ 15 ਸਤੰਬਰ ਤੱਕ ਹੁੰਦਾ ਹੈ। ਸਾਰੇ ਕਰਮਚਾਰੀਆਂ ਲਈ ਪੀਣ ਯੋਗ ਠੰਡੇ ਪਾਣੀ ਅਤੇ ਇਲੈਕਟ੍ਰੋਲਾਈਟਸ ਦੇ ਹੱਲ ਦੀ ਆਸਾਨ ਪਹੁੰਚ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ। ਢੁਕਵੇਂ ਛਾਂਦਾਰ ਜਾਂ ਏਅਰ ਕੰਡੀਸ਼ਨਡ ਆਰਾਮ ਖੇਤਰ ਪ੍ਰਦਾਨ ਕਰੋ ਅਤੇ ਉਹਨਾਂ ਦਾ ਪ੍ਰਬੰਧਨ ਕਰੋ। ਹੀਟ ਇੰਡੈਕਸ ਦੇ ਆਧਾਰ ਤੇ ਢਾਂਚਾਗਤ ਕੰਮ ਆਰਾਮ ਅਨੁਸੂਚੀਆਂ ਨੂੰ ਲਾਗੂ ਕਰੋ। ਵੱਡੀ ਸਿਸਟਮ ਨੂੰ ਉਤਸ਼ਾਹਿਤ ਕਰੋ ਜਿੱਥੇ ਸਹਿਕਰਮੀ ਇੱਕ ਦੂਜੇ ਦੀ ਭਲਾਈ ਦਾ ਧਿਆਨ ਰੱਖਦੇ ਹਨ। ਯਕੀਨੀ ਬਣਾਓ ਕਿ ਸਾਰੇ ਕਰਮਚਾਰੀਆਂ ਨੂੰ ਹੀਟ ਸਟ੍ਰੈਸ ਜਾਗਰੂਕਤਾ ਟ੍ਰੇਨਿੰਗ ਮਿਲੇ। ਜੇ ਲਾਗੂ ਹੋਵੇ
ਤਾਂ ਹੀਟ ਸਟ੍ਰੈਸ ਮਾਨੀਟਰਾਂ ਦੀ ਵਰਤੋਂ ਕਰਕੇ ਸਥਿਤੀਆਂ ਦੀ ਨਿਗਰਾਨੀ ਕਰੋ। ਅੰਤ ਵਿੱਚ ਗਰਮੀ ਨਾਲ ਸੰਬੰਧਿਤ ਐਮਰਜੈਂਸੀ ਲਈ ਇੱਕ ਸਪਸ਼ਟ ਅਤੇ ਸੰਚਾਰਿਤ ਐਮਰਜੈਂਸੀ ਯੋਜਨਾ ਹੋਣੀ ਚਾਹੀਦੀ ਹੈ। ਗਰਮੀ ਨਾਲ ਸੰਬੰਧਿਤ ਬਿਮਾਰੀਆਂ ਦੇ ਲੱਛਣਾਂ ਨੂੰ ਪਛਾਣਨਾ ਅਤੇ ਉਹਨਾਂ ਦਾ ਜਵਾਬ ਦੇਣਾ ਜਾਨ ਬਚਾਉਣ ਵਾਲਾ ਹੋ ਸਕਦਾ ਹੈ। ਜੇਕਰ ਤੁਹਾਨੂੰ ਜਾਂ ਤੁਹਾਡੇ ਸਹਿਕਰਮੀ ਨੂੰ ਲੱਛਣ ਮਹਿਸੂਸ ਹੁੰਦੇ ਹਨ: ਹੀਟ ਕ੍ਰੈਂਪਸ, ਠੰਡੀ, ਛਾਂਦਾਰ ਜਗ੍ਹਾ, ਤੇਜ਼ਾਬ, ਪਾਣੀ ਜਾਂ ਇਲੈਕਟ੍ਰੋਲਾਈਟ ਡਰਿੰਕਸ ਪੀਓ। ਖਿੱਚੀਆਂ ਮਾਸਪੇਸ਼ੀਆਂ ਨੂੰ ਹੌਲੀ-ਹੌਲੀ ਖਿੱਚੋ ਅਤੇ ਮਾਲਿਸ਼ ਕਰੋ। ਕੁਝ ਘੰਟਿਆਂ ਲਈ ਆਰਾਮ ਕਰੋ। ਹੀਟ ਐਗਜ਼ੌਸਸ਼ਨ, ਤੁਰੰਤ ਠੰਡੇ, ਛਾਂਦਾਰ ਖੇਤਰ ਵਿੱਚ ਜਾਓ। ਕੱਪੜੇ ਢਿੱਲੇ ਕਰੋ। ਪਾਣੀ, ਗਿੱਲੇ ਕੱਪੜਿਆਂ ਜਾਂ ਪੱਖੇ ਨਾਲ ਸਰੀਰ ਨੂੰ ਠੰਡਾ ਕਰੋ। ਪਾਣੀ ਜਾਂ ਇਲੈਕਟ੍ਰੋਲਾਈਟ ਡਰਿੰਕਸ ਦੇ ਘੁੱਟ ਦਿਓ। ਨੇੜਿਓਂ ਨਿਗਰਾਨੀ ਕਰੋ। ਜੇਕਰ ਲੱਛਣ ਵਿਗੜਦੇ ਹਨ ਜਾਂ ਸੁਧਾਰ ਨਹੀਂ ਹੁੰਦਾ ਤਾਂ ਡਾਕਟਰੀ ਸਹਾਇਤਾ ਲਓ। ਹੀਟ ਸਟ੍ਰੋਕ ਐਮਰਜੈਂਸੀ, ਤੁਰੰਤ ਐਮਰਜੈਂਸੀ ਸੇਵਾਵਾਂ ਜਿਵੇਂ ਕਿ 999/997 ਨੂੰ ਕਾਲ ਕਰੋ। ਠੰਡੇ, ਛਾਂਦਾਰ ਖੇਤਰ ਵਿੱਚ ਜਾਓ। ਤੇਜ਼ੀ ਨਾਲ ਠੰਡਾ ਕਰਨਾ ਸ਼ੁਰੂ ਕਰੋ। ਕੱਪੜਿਆਂ ਨੂੰ ਪਾਣੀ ਵਿੱਚ ਭਿਓ ਦਿਓ। ਗਰਦਨ, ਬਾਹਾਂ ਦੇ ਹੇਠਾਂ ਅਤੇ ਪੱਟਾਂ ਦੇ ਅੰਦਰੂਨੀ ਹਿੱਸੇ ਤੇ ਬਰਫ਼ ਦੇ ਪੈਕ ਦੀ ਵਰਤੋਂ ਕਰੋ। ਜੇ ਬੇਹੋਸ਼ ਹੋਵੇ ਤਾਂ ਤਰਲ ਪਦਾਰਥ ਨਾ ਦਿਓ। ਵਿਅਕਤੀ ਨਾਲ ਰਹੋ ਜਦੋਂ ਤੱਕ ਡਾਕਟਰੀ ਸਹਾਇਤਾ ਨਹੀਂ ਪਹੁੰਚ ਜਾਂਦੀ। ਯੂਏਈ ਵਿੱਚ ਗਰਮੀ ਦੀ ਸੁਰੱਖਿਆ ਦਾ ਇੱਕ ਮੁੱਖ ਪਹਿਲੂ ਦੁਪਹਿਰ ਦੇ ਬ੍ਰੇਕ ਦਾ ਨਿਯਮ ਹੈ, ਜੋ ਮਨੁੱਖੀ ਸੰਸਾਧਨ ਅਤੇ ਅਮੀਰਾਤੀਕਰਨ ਮੰਤਰਾਲੇ ਦੁਆਰਾ ਲਾਜ਼ਮੀ ਕੀਤਾ ਗਿਆ ਹੈ। ਇਹ ਫਰਮਾਨ ਰੋਜ਼ਾਨਾ ਦੁਪਹਿਰ 12:30 ਵਜੇ ਤੋਂ 3:00 ਵਜੇ ਤੱਕ ਸਿੱਧੀ ਧੂਪ ਵਿੱਚ ਅਤੇ ਖੁੱਲ੍ਹੇ ਸਥਾਨਾਂ ਤੇ ਕੰਮ ਕਰਨ ਤੇ ਪਾਬੰਦੀ ਲਗਾਉਂਦਾ ਹੈ। ਇਹ ਆਮ ਤੌਰ ਤੇ ਹਰ ਸਾਲ 15 ਜੂਨ ਤੋਂ 15 ਸਤੰਬਰ ਤੱਕ ਲਾਗੂ ਹੁੰਦਾ ਹੈ। ਇਸ ਦਾ ਉਦੇਸ਼ ਸਪਸ਼ਟ ਹੈ: ਕਰਮਚਾਰੀਆਂ ਨੂੰ ਦਿਨ ਦੀ ਸਭ ਤੋਂ ਜ਼ਿਆਦਾ ਗਰਮੀ ਤੋਂ ਬਚਾਉਣਾ। ਮਾਲਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਢੁਕਵੀਆਂ ਬ੍ਰੇਕਾਂ, ਛਾਂਦਾਰ ਆਰਾਮ ਖੇਤਰ ਪ੍ਰਦਾਨ ਕਰਨ ਅਤੇ ਸਖਤੀ ਨਾਲ ਪਾਲਣਾ ਕਰਨ। ਇੱਕ ਕਰਮਚਾਰੀ ਵਜੋਂ ਤੁਹਾਨੂੰ ਬ੍ਰੇਕ ਸ਼ੈਡਿਊਲ ਦੀ ਪਾਲਣਾ ਕਰਨੀ ਚਾਹੀਦੀ ਹੈ, ਆਰਾਮ ਖੇਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਉਲੰਘਣਾਵਾਂ ਦੀ ਰਿਪੋਰਟ ਕਰਨੀ ਚਾਹੀਦੀ ਹੈ। ਉਲੰਘਣਾਵਾਂ ਕਾਰਨ ਮਾਲਕਾਂ ਤੇ ਮਹੱਤਵਪੂਰਨ ਜੁਰਮਾਨੇ ਲੱਗਦੇ ਹਨ, ਜੋ ਇਸ ਨਿਯਮ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਵਿਅਕਤੀਗਤ ਕਾਰਵਾਈਆਂ ਤੋਂ ਇਲਾਵਾ ਗਰਮੀ ਵਿੱਚ ਸੁਰੱਖਿਆ ਲਈ ਟੀਮ ਵਰਕ ਬਹੁਤ ਜ਼ਰੂਰੀ ਹੈ। ਅਸੀਂ ਵੱਡੀ ਸਿਸਟਮ ਦਾ ਪੂਰਾ ਸਮਰਥਨ ਕਰਦੇ ਹਾਂ। ਹਮੇਸ਼ਾ ਇੱਕ ਸਾਥੀ ਨਾਲ ਕੰਮ ਕਰੋ ਅਤੇ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਦੇ ਲੱਛਣਾਂ ਲਈ ਇੱਕ ਦੂਜੇ ਦੀ ਨਿਗਰਾਨੀ ਕਰੋ। ਨਿਯਮਤ ਬ੍ਰੇਕਾਂ ਅਤੇ ਹਾਈਡਰੇਸ਼ਨ ਲਈ ਇੱਕ ਦੂਜੇ ਨੂੰ ਉਤਸ਼ਾਹਿਤ ਕਰੋ। ਜੇਕਰ ਤੁਹਾਨੂੰ ਜਾਂ ਤੁਹਾਡੇ ਸਾਥੀ ਨੂੰ ਬੁਰਾ ਮਹਿਸੂਸ ਹੁੰਦਾ ਹੈ ਤਾਂ ਬੋਲਣ ਤੋਂ ਨਾ ਝਿਜਕੋ। ਛੇਤੀ ਦਖਲ ਅੰਦਾਜ਼ੀ ਜਾਨ ਬਚਾ ਸਕਦੀ ਹੈ। ਸਪਸ਼ਟ ਸੰਚਾਰ ਜ਼ਰੂਰੀ ਹੈ। ਗਰਮੀ ਦੇ ਸੰਪਰਕ ਬਾਰੇ ਕਿਸੇ ਵੀ ਚਿੰਤਾ ਬਾਰੇ ਆਪਣੇ ਸੁਪਰਵਾਈਜ਼ਰ ਨੂੰ ਤੁਰੰਤ ਸੂਚਿਤ ਕਰੋ। ਆਪਣੇ ਐਮਰਜੈਂਸੀ ਸੰਪਰਕਾਂ ਅਤੇ ਫਸਟ ਏਡ ਪੁਆਇੰਟਾਂ ਅਤੇ ਪਾਣੀ ਦੇ ਸਾਰੇ ਸਥਾਨਾਂ ਬਾਰੇ ਜਾਣੋ। ਅੰਤ ਵਿੱਚ ਸੁਪਰਵਾਈਜ਼ਰਾਂ ਅਤੇ ਤਜਰਬੇਕਾਰ ਕਾਮਿਆਂ ਨੂੰ ਸੁਰੱਖਿਅਤ ਗਰਮੀ ਰੋਕਥਾਮ ਅਭਿਆਸਾਂ ਦਾ ਪ੍ਰਦਰਸ਼ਨ ਕਰਕੇ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਹੁਣ ਆਓ ਐਕਲੀਮੇਟਾਈਜ਼ੇਸ਼ਨ ਬਾਰੇ ਗੱਲ ਕਰੀਏ, ਜੋ ਆਦੌਸ਼ਸਿਫ ਕੋਡ ਆਫ ਪ੍ਰੈਕਟਿਸ ਵਿੱਚ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਹੈ। ਐਕਲੀਮੇਟਾਈਜ਼ੇਸ਼ਨ ਕੀ ਹੈ? ਇਹ ਗਰਮ ਮਾਹੌਲ ਵਿੱਚ ਸੁਰੱਖਿਅਤ ਢੰਗ ਨਾਲ ਕੰਮ ਕਰਨ ਲਈ ਸਰੀਰ ਦਾ ਹੌਲੀ-ਹੌਲੀ ਸਰੀਰਕ ਅਨੁਕੂਲਨ ਹੈ। ਇਹ ਪਸੀਨੇ ਦੀ ਕੁਸ਼ਲਤਾ ਵਿੱਚ ਸੁਧਾਰ ਕਰਕੇ, ਦਿਲ ਦੀ ਧੜਕਣ ਨੂੰ ਘਟਾ ਕੇ ਅਤੇ ਸਰੀਰ ਦੇ ਮੁੱਖ ਤਾਪਮਾਨ ਨੂੰ ਸਥਿਰ ਕਰਕੇ ਗਰਮੀ ਨਾਲ ਸੰਬੰਧਿਤ ਬਿਮਾਰੀ ਦੇ ਜੋਖਮ ਨੂੰ ਘਟਾਉਂਦਾ ਹੈ। ਆਦੌਸ਼ਸਿਫ ਕੋਪ ਸਪਸ਼ਟ ਦਿਸ਼ਾ ਨਿਰਦੇਸ਼ ਪ੍ਰਦਾਨ ਕਰਦਾ ਹੈ।
ਨਵੇਂ ਕਰਮਚਾਰੀਆਂ ਜਾਂ ਗਰਮ ਮਾਹੌਲ ਦੇ ਅਨੁਕੂਲ ਨਾ ਹੋਏ ਕਿਸੇ ਵੀ ਵਿਅਕਤੀ ਲਈ ਪਹਿਲੇ ਦਿਨ ਸਿਰਫ 20% ਤੋਂ ਵੱਧ ਕੰਮ ਨਾ ਕਰੋ। ਇਸ ਤੋਂ ਬਾਅਦ ਹਰ ਰੋਜ਼ ਕੰਮ ਦੀ ਮਾਤਰਾ ਵਿੱਚ 20% ਤੋਂ ਵੱਧ ਦਾ ਵਾਅਦਾ ਨਾ ਕਰੋ। ਪੂਰੀ ਤਰ੍ਹਾਂ ਅਨੁਕੂਲ ਹੋਣ ਵਿੱਚ ਆਮ ਤੌਰ ਤੇ 7 ਤੋਂ 14 ਦਿਨ ਲੱਗਦੇ ਹਨ। 3 ਜਾਂ ਵੱਧ ਦਿਨਾਂ ਦੀ ਲੰਬੀ ਗੈਰਹਾਜ਼ਰੀ ਤੋਂ ਬਾਅਦ ਕੰਮ ਤੇ ਵਾਪਸ ਆਉਣ ਵਾਲੇ ਕਰਮਚਾਰੀਆਂ ਨੂੰ ਵੀ ਇਸੇ ਤਰ੍ਹਾਂ ਦਾ ਹੌਲੀ-ਹੌਲੀ ਮੁੜ-ਅਨੁਕੂਲਨ ਸ਼ੈਡਿਊਲ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਸਮੇਂ ਦੌਰਾਨ ਸੁਪਰਵਾਈਜ਼ਰਾਂ ਨੂੰ ਅਨੁਕੂਲਤਾ ਦੀਆਂ ਮਿਆਦਾਂ ਦੌਰਾਨ ਕਰਮਚਾਰੀਆਂ ਦੀ ਨੇੜਿਓਂ ਨਿਗਰਾਨੀ ਕਰਨੀ ਚਾਹੀਦੀ ਹੈ। ਇਸ ਮਹੱਤਵਪੂਰਨ ਅਨੁਕੂਲਨ ਪੜਾਅ ਦੌਰਾਨ ਹਾਈਡਰੇਸ਼ਨ ਅਤੇ ਬ੍ਰੇਕ ਬਹੁਤ ਜ਼ਰੂਰੀ ਹਨ। ਵਿਅਕਤੀਗਤ ਜੋਖਮ ਕਾਰਕਾਂ ਜਿਵੇਂ ਕਿ ਡਾਕਟਰੀ ਸਥਿਤੀਆਂ, ਦਵਾਈਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਅਕਤੀਗਤ ਪਹੁੰਚ ਅਪਣਾਈ ਜਾਣੀ ਚਾਹੀਦੀ ਹੈ। ਜ਼ਿਆਦਾ ਕੰਮ ਕਰਨ ਤੋਂ ਰੋਕਣ ਲਈ ਸ਼ੁਰੂਆਤੀ ਕਾਰਜਭਾਰ ਦਾ ਪ੍ਰਬੰਧਨ ਕਰੋ। ਅਸੀਂ ਗਰਮ ਮਾਹੌਲ ਵਿੱਚ ਸੁਰੱਖਿਅਤ ਢੰਗ ਨਾਲ ਕੰਮ ਕਰਨ ਦੇ ਮਹੱਤਵਪੂਰਨ ਪਹਿਲੂਆਂ ਨੂੰ ਕਵਰ ਕੀਤਾ ਹੈ। ਯਾਦ ਰੱਖੋ, ਜੋਖਮਾਂ ਨੂੰ ਸਮਝਣਾ, ਰੋਕਥਾਮ ਦੀਆਂ ਰਣਨੀਤੀਆਂ ਨੂੰ ਜਾਣਨਾ ਅਤੇ ਗਰਮੀ ਦੀ ਬਿਮਾਰੀ ਦੇ ਲੱਛਣਾਂ ਨੂੰ ਪਛਾਣਨਾ ਤੁਹਾਡੀ ਭਲਾਈ ਲਈ ਜ਼ਰੂਰੀ ਹੈ। ਤੁਹਾਡੀ ਸਿਹਤ ਅਤੇ ਸੁਰੱਖਿਆ ਸਾਡੀ ਪੂਰੀ ਤਰਜੀਹ ਹੈ। ਕੀ ਤੁਹਾਡੇ ਕੋਈ ਸਵਾਲ ਹਨ? ਗਰਮੀ ਵਿੱਚ ਸੁਰੱਖਿਅਤ ਢੰਗ ਨਾਲ ਕੰਮ ਕਰਨ ਪ੍ਰਤੀ ਤੁਹਾਡੇ ਧਿਆਨ ਅਤੇ ਵਚਨਬੱਧਤਾ ਲਈ ਧੰਨਵਾਦ। ਹਾਈਡਰੇਟ ਰਹੋ, ਆਰਾਮ ਕਰੋ ਅਤੇ ਰਿਪੋਰਟ ਕਰੋ। ਸੁਰੱਖਿਅਤ ਰਹੋ। ਆਉਣ ਵਾਲੀਆਂ ਹੋਰ ਟ੍ਰੇਨਿੰਗਾਂ ਲਈ ਕਿਰਪਾ ਕਰਕੇ ਸਾਡੇ YouTube ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ।